ਚੌਰ ਛਤਰ ਤਖਤ ਦੇ ਮਾਲਕ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਜੁੜ ਰਹੀਆਂ ਸਮੂਹ ਸੰਗਤਾਂ, ਵਡਭਾਗੀ ਹੋ ਜੋ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਕਰਨ ਦਾ ਯਤਨ ਕਰ ਰਹੇ ਹੋ। ਸੋ ਆਓ ਜੁੜਨਾ ਕਰੀਏ। ਪਾਵਨ ਅੰਕ 116 ਉਤੋਂ ਅੱਜ ਦੀ ਜਿਹੜੀ ਆਰੰਭਤਾ ਹੈ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਇੱਕ ਪੰਕਤੀ ਦੀ ਵਿਚਾਰ ਸੀ। ਪਿਛਲੀ ਅਸ਼ਟਪਦੀ ਹੈ ਜਿਹੜੀ, ਉਸ ਦੇ ਵਿੱਚੋਂ 6ਵੇਂ ਪਦੇ ਦੀ ਤੀਸਰੀ ਪੰਕਤੀ ਸੀ, ਜਿਹਦੇ ਵਿੱਚ ਆਪਾਂ 6ਵੀਂ ਅਤੇ 6ਵੀਂ ਦੀ ਵਿਚਾਰ ਕੀਤੀ ਸੀ। ਅਨ ਦੀਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਨਿਆ। ਸੇਵੀ ਤੋਂ ਭਾਵ ਸੇਵਕੀ। ਇਹਦਾ ਨਾਸਕੀ ਉਚਾਰਨ ਨਹੀਂ ਕਰਾਂਗੇ ਆਪਾਂ, ਸੇਵੀ ਉਚਾਰਨ ਕਰਾਂਗੇ। ਸੇਵੀ। ਪਾਤਸ਼ਾਹ ਜੀ ਰਹਿਮਤ ਕਰਨ। ਆਓ ਆਪਾਂ ਅੱਗੇ ਜਿਹੜਾ ਹੈ ਉਹ ਜੁੜਨਾ ਕਰੀਏ। 13ਵੀਂ ਅਸ਼ਟਪਦੀ ਦੀ ਅੱਜ ਸੰਥਿਆ ਰੂਪ ਵਿਚਾਰ ਆਪਾਂ ਕਰਨੀ ਹੈ। ਮਾਝ ਮਹਿਲਾ ਤੀਜਾ। ਐਥੈ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚੈ ਸ਼ਬਦ ਰਾਚੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰ ਰਹੇ ਹਨ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ 12ਵੀਂ ਅਸ਼ਟਪਦੀ ਹੈ ਅਤੇ ਟੋਟਲ 13ਵੀਂ ਅਸ਼ਟਪਦੀ ਹੈ। ਐਥੈ, ਇਹਨੂੰ ਐਥੇ ਜਾਂ ਇੱਥੇ ਨਹੀਂ ਪੜ੍ਹਨਾ। ਦੋਵੇਂ ਅੱਖਰਾਂ 'ਤੇ ਦਲਾਵਾਂ ਨੇ 2 ਵਾਰ। ਐ ਥੈ, ਐ ਥੈ ਦੋਵਾਂ 'ਤੇ। ਐਥੈ ਇਸ ਲੋਕ ਵਿੱਚ ਜੋ ਵੀ ਸਤਿਗੁਰੂ ਪਾਤਸ਼ਾਹ ਜੀ ਇੱਥੇ ਜਿਸ ਪ੍ਰਕਾਰ ਨਾਲ ਜਿਹੜਾ ਸਮਝਾਉਣਾ ਕਰ ਰਹੇ ਨੇ ਕਿ ਜਿਹੜੇ ਮਨੁੱਖ ਇਸ ਲੋਕ ਵਿੱਚ ਇਸ ਸਮੇਂ ਵਿੱਚ ਅਡੋਲ ਚਿੱਤ ਰਹਿੰਦੇ ਹਨ, ਇੱਥੇ ਸੱਚੇ ਦੇ ਨਾਲ ਜੁੜ ਕੇ ਰਹਿੰਦੇ ਹਨ, ਉਹ ਅੱਗੇ ਵੀ ਭਾਵ ਅਗਲੇ ਸਮੇਂ ਵਿੱਚ ਵੀ ਜਿਹੜਾ ਹੈ ਪ੍ਰਭੂ ਨਾਲ ਇੱਕਮਿਕ ਹੋਏ ਰਹਿੰਦੇ ਨੇ। ਜਿਹੜੇ ਇੱਥੇ ਸੱਚੇ ਹੈ, ਅੱਜ ਦੇ ਸਮੇਂ ਵਿੱਚ ਸੱਚੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ, ਭਾਵ ਜਿਹਨੂੰ ਲੋਕ ਪਰਲੋਕ ਵੀ ਆਖਿਆ ਜਾਂਦਾ ਕਿ ਇੱਥੇ ਸੱਚੇ ਅਤੇ ਅੱਗੇ ਮਾਲਕ ਦਾ ਦਰ ਹੈ। ਭਾਵ ਕਿ ਮਾਲਕ ਦਾ ਦਰ ਤੇ ਹਰ ਥਾਂ 'ਤੇ ਜਿਹੜੇ ਅੱਜ ਸੱਚੇ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚੇ ਮਾਲਕ ਨਾਲ ਜਿਹੜੇ ਹਨ ਉਹ ਜੁੜੇ ਰਹਿੰਦੇ ਹਨ। ਮਨ ਸੱਚਾ ਸੱਚੈ ਸ਼ਬਦ ਰਾਚੇ। ਜਿਹੜੇ ਬੰਦੇ ਸਦਾ ਥਿਰ, ਬੰਦੇ ਤੋਂ ਭਾਵ ਇਕੱਲੇ ਮਰਦ ਨਹੀਂ, ਭਾਵ ਸਾਰੇ, ਕਿ ਜਿਹੜੇ ਜੀਵ ਕਹਿ ਲਈਏ, ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਰਚੇ ਰਹਿੰਦੇ ਹੈ, ਕਿ ਮਾਲਕ ਦੇ ਹੁਕਮ ਵਿੱਚ, ਰਜ਼ਾ ਵਿੱਚ, ਗੁਰੂ ਦੇ ਸ਼ਬਦ ਵਿੱਚ ਰਚੇ ਰਹਿੰਦੇ ਹੈ, ਕਿ ਉਹਨਾਂ ਦਾ ਮਨ ਕੀ ਹੈ, ਉਹ ਅਡੋਲ ਰਹਿੰਦਾ ਹੈ। ਮਨ ਸੱਚਾ ਭਾਵ ਕਿ ਉਹ ਡੋਲਦਾ ਨਹੀਂ ਹੈ, ਹਮੇਸ਼ਾ ਇੱਕ ਥਾਂ 'ਤੇ ਟਿਕਿਆ ਰਹਿੰਦਾ ਹੈ। ਸੱਚਾ ਸੇਵਹਿ ਸੱਚ ਕਮਾਵਹਿ, ਸੱਚੋ ਸੱਚ ਕਮਾਵਣਿਆ। ਉਹ ਸਦਾ ਹੀ ਸਦਾ ਥਿਰ ਪ੍ਰਭੂ ਦਾ ਸਿਮਰਨ ਕਰਦੇ ਹੈ, ਭਾਵ ਮਾਲਕ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਅਤੇ ਸਿਮਰਨ ਦੀ ਕਮਾਈ ਕਰਦੇ ਹੈ, ਕਿ ਮਾਲਕ ਦੇ ਹੁਕਮ ਦੀ ਕਮਾਈ ਕਰਦੇ ਹੋ, ਕਿ ਮਾਲਕ ਦੇ ਹੁਕਮ ਵਿੱਚ ਹੀ ਉਹ ਅਨ ਦਿਨ 24 ਘੰਟੇ 8 ਪਹਿਰ ਜਿਹੜੇ ਨੇ ਉਹ ਜੁੜੇ ਰਹਿੰਦੇ ਹੈ। ਉਹਦੇ ਸਿਮਰਨ ਦੀ ਕਮਾਈ ਭਾਵ ਉਹਦੀ ਯਾਦ ਵਿੱਚ ਉਹਦੇ ਹੁਕਮ ਦੀ ਕਮਾਈ ਕਰਨੀ ਕਰਦੇ ਰਹਿੰਦੇ ਨੇ
ਅਤੇ ਸੱਚੋ ਸੱਚ ਕਮਾਵਣਿਆ ਸਦਾ ਥਿਰ ਪ੍ਰਭੂ ਨੂੰ ਹੀ ਜਿਹੜੇ ਹਨ ਉਹ ਕਮਾਉਂਦੇ ਰਹਿੰਦੇ ਆ, ਸਿਮਰਦੇ ਰਹਿੰਦੇ ਆ, ਧਿਆਉਂਦੇ ਰਹਿੰਦੇ ਹਨ। ਹਉ ਵਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣਿਆ। ਹਾਂਜੀ, ਮਲਕੀਤ ਸਿੰਘ ਜੀ ਕੀ ਅਰਥ ਹੋਣਗੇ ਇਸ ਦੇ? ਹਾਂਜੀ, ਬਿਲਕੁਲ ਠੀਕ, ਬਿਲਕੁਲ ਠੀਕ ਉਹਨਾਂ ਨੇ ਅਰਥ ਕੀਤੇ ਹੈ। ਹਉ ਵਾਰੀ ਜਿਉ ਵਾਰੀ ਕਿ ਮੈਂ ਉਹਨਾਂ ਤੋਂ ਸਦਕੇ ਹਾਂ, ਕੁਰਬਾਨ ਜਾਂਦਾ ਹਾਂ ਜੋ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਈ ਰੱਖਦੇ, ਕਿ ਕੁਰਬਾਨ ਹਾਂ ਉਹਨਾਂ ਤੋਂ ਜਿਹੜੇ ਮਾਲਕ ਦੇ ਹੁਕਮ ਵਿੱਚ ਰਹਿੰਦੇ ਹਨ। ਸੱਚੇ ਸੇਵ ਹੈ ਸੱਚ ਸਮਾਵ ਹੈ, ਸੱਚੇ ਕੇ ਗੁਣ ਗਾਵਣਿਆ ਰਹਾਉ। ਸੱਚੇ ਸੇਵੈ ਸੱਚ ਸਮਾਵੈ, ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦਾ ਕੀ ਹੈ ਸਿਮਰਨ ਕਰਦੇ ਹੈ, ਸੇਵਦੇ ਹੈ, ਭਾਵ ਸਿਮਰਨ ਕਰਨ ਤੋਂ ਕੀ ਭਾਵ ਹੈ? ਹਾਂਜੀ, ਗੁਰਸ਼ਰਨ ਕੌਰ ਬੈਠੇ ਆ, ਚੰਗੀ ਤਰ੍ਹਾਂ ਕਲੀਅਰ ਕਰੋ। ਪਰਮਾਤਮਾ ਦਾ ਨਾਮ ਜਪਣਾ, ਉਹ ਤੇ ਸਾਰੇ ਅਸੀਂ ਜਪੀ ਜਾ ਰਹੇ ਹਾਂ, ਜਾਂ ਕਹਿੰਦਾ ਭਾਵ ਕਿ ਬਾਹਰੀ ਤੌਰ 'ਤੇ ਵੀ ਬੜੇ ਜਪੀ ਜਾ ਰਹੇ। ਅਸਲ ਵਿੱਚ ਨਾਮ ਸਿਮਰਨ ਕੀ ਹੈ? ਹਾਂਜੀ, ਕਮਲਜੀਤ ਸਿੰਘ ਜੀ। ਹਾਂਜੀ ਹਾਂਜੀ, ਕਮਲਜੀਤ ਸਿੰਘ ਜੀ ਕਹਿ ਰਹੇ ਆ ਕਿ ਨਾਮ ਸਿਮਰਨ ਇਹ ਹੈ ਕਿ ਜੋ ਸਤਿਗੁਰੂ ਜੀ ਨੇ ਸ਼ਬਦ ਦੱਸਿਆ, ਜੇ ਮਾਲਕ ਦੀ ਰਜ਼ਾ ਉਹਨੂੰ ਜੀਵਨ ਵਿੱਚ ਵਸਾਉਣਾ, ਉਹਦੇ ਦੱਸੇ ਰਾਹ 'ਤੇ ਚੱਲਣਾ। ਕੌਣ ਕੌਣ ਸਹਿਮਤ ਆ ਜੀ ਇਹਦੇ ਨਾਲ? ਅੱਛਾ, ਹਾਂਜੀ, ਤੁਸੀਂ ਦੱਸ ਦਿਓ ਜੀ, ਪਿੱਛੇ ਬੈਠੇ ਤੁਹਾਡੇ ਤੀਜੇ ਨੰਬਰ ਵਾਲੇ। ਹਾਂ, ਤੁਸੀਂ ਹੱਥ ਨਹੀਂ ਨਾ ਖੜ੍ਹਾ ਕੀਤਾ, ਮੈਂ ਕਿਹਾ ਤੁਸੀਂ ਸ਼ਾਇਦ ਸਹਿਮਤ ਨਹੀਂ ਉਹਨਾਂ ਨਾਲ। ਅੱਛਾ, ਕੀਤਾ ਸੀ, ਫਿਰ ਮੈਨੂੰ ਦੱਸਿਆ ਨਹੀਂ। ਹਾਂਜੀ, ਠੀਕ ਕਿਹਾ ਉਹਨਾਂ ਨੇ? ਨਹੀਂ, ਤੁਸੀਂ ਦੱਸ ਦਿਓ ਜੇ ਕਿ ਤੁਹਾਨੂੰ ਹੋਰ ਵੀ ਕੁਝ ਲੱਗਦਾ। ਨਹੀਂ ਨਹੀਂ, ਅਸਲ ਦੇ ਵਿੱਚ ਗੱਲ ਕੀ ਹੈ ਕਿ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਨਹੀਂ ਨਹੀਂ ਜੀ, ਬਿਲਕੁਲ, ਜੋ ਤੁਹਾਡੀ ਭਾਵਨਾ ਹੈ, ਜੋ ਤੁਹਾਨੂੰ ਜੀ ਬਿਲਕੁਲ ਜਪਣਾ ਚਾਹੀਦਾ ਜੀ। ਕਿ ਜੋ ਗੁਰੂ ਸਾਹਿਬ ਆਖਦੇ ਉਹ ਹਿਰਦੇ ਵਿੱਚ ਕਮਾਉਣਾ ਚਾਹੀਦਾ, ਜ਼ਿੰਦਗੀ 'ਚ ਵੀ ਕਮਾਉਣਾ ਚਾਹੀਦਾ। ਹਾਂਜੀ, ਸਾਹਮਣੇ ਤੋਂ ਕਿਰਪਾਲ ਸਿੰਘ ਜੀ ਬੈਠੇ ਆ। ਨਾਮ ਸਿਮਰਨ ਕੀ ਹੈ? ਅੱਛਾ ਜੀ, ਇਹਨਾਂ ਵੱਲੋਂ ਜਵਾਬ ਹੈ ਕਿ ਗੁਰੂ ਦੀ ਮੱਤ ਅਨੁਸਾਰ ਚੱਲਣਾ ਅਸਲ ਵਿੱਚ ਨਾਮ ਸਿਮਰਨ ਹੈ। ਹਾਂਜੀ, ਮਨਮੋਹਨ ਸਿੰਘ ਜੀ ਬੈਠੇ ਆ ਪਿਛਲੇ ਪਾਸੇ। ਹਾਂਜੀ, ਅੱਛਾ ਜੀ, ਹਾਂਜੀ, ਅੰਮ੍ਰਿਤਪਾਲ ਸਿੰਘ ਜੀ ਬੈਠੇ ਆ ਜੀ। ਠੀਕ ਹੈ ਜੀ, ਕਿ ਜੋ ਮਾਲਕ ਜੀ ਕਹਿੰਦੇ ਆ ਉਹਦੇ ਅਨੁਸਾਰ ਜੀਵਨ ਜਿਉਣਾ ਜਿਹੜਾ ਹੈ ਉਹ ਸਿਮਰਨ ਹੈ। ਬਾਕੀ ਗੁਰਬਾਣੀ ਦੇ ਵਿੱਚ ਵੱਖ ਵੱਖ ਤਰੀਕਿਆਂ ਦੇ, ਜਿਵੇਂ ਆਪਾਂ ਭਗਤ ਨਵੇਂ ਪ੍ਰਕਾਰਾਂ ਵੀ ਪਿੱਛੇ ਪੜ੍ਹ ਕੇ ਆਏ ਕਿ 9 ਪ੍ਰਕਾਰ ਦੀ ਭਗਤੀ ਵੀ ਦੱਸੀ ਗਈ ਹੈ, ਪਰ ਅਸਲ ਭਗਤੀ ਕਿਹੜੀ ਹੈ? ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ, ਪ੍ਰਾਪਤੀ ਕਰਨੀ ਹੈ ਨਾ ਅਸੀਂ, ਅਤੇ ਉਦੋਂ ਹੀ ਹੈ। ਉਹ ਪਿੱਛੇ ਆਪਾਂ ਉਹ ਵੀ ਮੰਨੇ ਕੀ ਗੱਤ ਉਹ ਵੀ ਕਰਕੇ ਆਏ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ, ਕਿ ਪ੍ਰਵਾਨਗੀ ਉਹਨਾਂ ਦੀ ਹੈ ਜਿਨ੍ਹਾਂ ਨੇ ਮੰਨਿਆ ਹੈ, ਜੀਵਨ ਵਿੱਚ ਕਮਾਇਆ ਹੈ।
नहीं तो सतगुरु जी तो पहला जप तप संजम धर्म कि जप तो बड़े करते रहे कि 21 कर ले 51 कर ले चालीसा कट लिया, किसी ने 3 महीने पाठ कर लिया लगातार, कोई साल दे विच एक खास देसी महीना आउंदा उदण ही उदों ही तड़के तड़के आउंदे आ दरबार साहब गुरुद्वारा साहब, बाकी 11 महीने फिर नहीं आउंदा कोई, है ना ऐसे भी कि बस। हाँ जी, मैं सारिਆਂ ਦੀ ਗੱਲ ही कर रहा जी कि ਜਿਹੜੇ 40 सिर्फ वो 1 महीना ही आउंदे, बाकी 11 महीने फिर वो फल भरिया रहिंदा, यही भाव है ना। कहन तो भाव है ये की है कि सिर्फ खास मिथे हुए दिन ते आउणा, अगे पिछे नहीं आउणा, कि बाकी दिन असी साह नहीं लेंदे, कि बाकी दिन असी कोई भोजन ग्रहण नहीं करते, कि बाकी दिन असी संसार दे विच भी नहीं विचरदे, उन्हां दिनां वर्गा वो दिन है। मालक जी दे फिर उन्हां नूं तुहानूं पता ही है की आखदे है, थित्ती वार सेवें मुगद गवार। मूर्ख है जिहड़े ये विचार करते हैं कि आह दिन चंगा आ माड़ा है, मूर्खां की गिनती च गुरु नानक साहब जी तो चो कढ़ के गए है, वो कहते सारे तेरे वास्ते इक्को जे है। जदों भी आपां हर रोज़ तो बचन पढ़ते हैं, इस करके वार वार साझा करीदा, आखां जीवां कोई भी दिन होवे भावें गुरु कोल ही बैठा, जे गुरु कोल बैठे असीं भुल गए तो साडे वास्ते वो भी समा बड़ा माड़ा है। जिवें होर भी कई शब्द आउंदे ने बाणी दे विच, चीत आवे तां भी चित्त विच आउणा है तां मेरा जीवन है, जे नहीं तां नहीं। बिल्कुल हाँ जी। इसे तरह सतगुरु पातशाह जी सच नूं कमाउण दी गल करदे है, सच नूं ध्याउण दी गल करदे है। ये नहीं कि पढ़ना नहीं है, सानू पढ़ के विचार के पता लगना कि गुरु का शब्द सानू की कहंदा है ते मालक की रजा की है। एक गल होर भी कहंदे जाइए कि गुरु ग्रंथ साहब दे विच रब दी कायनात का अंत नहीं है, बेअंतता ही दसी गई है। दुनिया का ऐसा कोई ग्रंथ है ही नहीं जिहदे विच रब का अंत कर दिता गया होवे, है नहीं कोई भी, ना ही किसी ने कर सकना। ਉਹਦੀ ਬੇਅੰਤਤਾ ਬਾਰੇ ਦੱਸਿਆ ਕਿ ਤੂੰ ਆ ਵੀ ਹੈ, ਤੂੰ ਆਵੇਂ, ਅਸੀਂ ਕਰ ਹੀ ਨਹੀਂ ਸਕਦੇ। ਬੇਅੰਤਤਾ ਹੀ ਦੱਸੀ ਹੈ, ਅੰਤ ਕਿਤੇ ਨਹੀਂ ਦੱਸਿਆ। ਇਸ ਕਰਕੇ ਜੋ ਉਹ ਮਾਲਕ ਨੂੰ ਪਾਉਂਦਾ ਹੈ, ਜੋ ਤੁਧ ਭਾਵੈ ਸਾਈ ਭਲੀ, ਜੋ ਤੈਨੂੰ ਭਾਉਂਦੀ ਹੈ ਕਾਰ ਮੈਂ ਉਹ ਹੀ ਕਰਾਂ, ਫਿਰ ਠੀਕ ਹੈ, फिर ही मेरा जीवन ठीक है। जिहड़ी तैनूं चंगी नहीं लगती तीरथ नहावां, जे तैनूं चंगा लगे तो तां मैं नहावां, जे तैनूं चंगा ही नहीं लगता फिर मैं नहाउण किहड़ी गल्लों जावां। है ना ऐसा। कहण तो भाव है कि जो गुरु नूं चंगा लगता है वो जीवन विच कमाउणा है। असल भगती असल सेवा ये है। ਹੁਣ ਬਾਬਾ ਕਬੀਰ ਸਾਹਿਬ ਜੀ ਦਾ ਜੀਵਨ ਆਪਾਂ ਪੜ੍ਹਦੇ ਹਾਂ ਸਾਰੇ, ਉਹ ਹੁਣ ਜੁਲਾਹੇ ਦਾ ਕੰਮ ਕਰਦੇ ਹੈ, ਉਹ ਖੱਡੀਆਂ ਬੁਣਦੇ ਆ ਨਾ, ਕਿਰਤ ਕਮਾਈ ਕਰਦੇ ਹੈ, ਤੇ ਉਹਦੇ ਵਿੱਚੋਂ ਹੀ ਉਹਨਾਂ ਨੇ ਮਾਲਕ ਦੀ ਪ੍ਰਾਪਤੀ ਕੀਤੀ ਹੈ। ਜਾਂ ਅਸੀਂ ਭਗਤ ਧੰਨਾ ਜੀ ਦਾ ਜੀਵਨ ਦੇਖਦੇ ਹਾਂ ਕਿ ਭਾਵੇਂ ਕਿ ਅਜੋਕੇ ਸਮੇਂ ਦੇ ਵਿੱਚ ਉਹਨਾਂ ਨੂੰ ਇੱਕ ਖਾਸ ਮੂਰਤੀ ਦੇ ਖਾਸ ਤਰੀਕੇ ਦੇ ਨਾਲ ਉਹਨਾਂ ਦੀ ਬਾਣੀ ਤੋਂ ਉਲਟੀ ਇੱਕ ਫਿਲਮ ਵੀ ਬਣੀ ਨਾ ਉਹਨਾਂ ਦੇ ਜੀਵਨ 'ਤੇ, ਉਹਨਾਂ ਦੀ ਬਾਣੀ ਤੋਂ ਬਿਲਕੁਲ ਉਲਟ ਬਣੀ ਹੋਈ ਹੈ। ਪਰ ਬਾਬਾ ਧੰਨਾ ਜੀ ਨੇ ਵੀ ਕਿੱਥੋਂ ਪਤਾ ਰੱਬ ਪ੍ਰਾਪਤ ਕੀਤਾ ਹੈ? ਖੇਤੀ ਕਰਦੇ ਆ, ਕਿਰਤ ਕਮਾਈ ਕਰਦੇ ਆ, ਉੱਥੋਂ ਹੀ ਲੱਭ ਲਿਆ ਉਹਨਾਂ ਨੇ। ਜਾਂ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਅਸੀਂ ਹੋਰ ਵੀ ਜਦੋਂ ਅਖੀਰ 'ਤੇ ਪਹੁੰਚਦੇ ਹੈ, ਨਾਮਾ ਮਾਇਆ ਮੋਹਿਆ ਕਹਿਤ ਲੋਚਨ ਕਾਹੇ ਸ਼ੀਪੋ ਸ਼ਾਇਲ ਹੈ ਆਰਾਮ ਨਾ ਲਾਭੋ ਚੀਤ। ਕਿ ਨਾ ਸੁਣਿਆ ਸੀ ਆਂਦੇ ਸੀ ਬੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ ਬਾਬਾ, ਦੂਰੋਂ ਸੁਣ ਕੇ ਆਇਆ, ਪਰ ਮੈਂ ਤਾਂ ਦੇਖਿਆ ਕਿ ਸਵੇਰੇ ਉੱਠਿਆ, ਉੱਠ ਕੇ ਦਵਾ ਦਵਾ ਆਪਣੇ ਉਹ ਜਿਹੜੇ ਸ਼ਾਇਲ ਜੇ ਉਹਨੂੰ ਬੁਣਨ ਲੱਗ ਪਿਆ, ਆਪਣਾ ਕੰਮ ਕਰਨ ਲੱਗ ਪਿਆ। ਮੈਂ ਤਾਂ ਵੇਖਿਆ ਨਹੀਂ ਰੱਬ ਰੱਬ ਕਰਦੇ ਹਨ। ਨਾਮਾ ਕਹੇ ਤਿਲੋਚਨਾ ਮੁਖ ਤੇ
ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਭਗਤੀ ਹੈ। ਅੱਠੇ ਪਹਿਰ ਸਿਮਰਨ ਕਰਨਾ, ਅੱਠੇ ਪਹਿਰ ਜਪਣਾ, ਉਹ ਇਹੋ ਹੀ ਭਾਵ ਹੈ ਕਿ ਹਿਰਦੇ ਵਿੱਚ ਰੱਖ ਅਤੇ ਉਹਦੀ ਕਮਾਈ ਕਰ, ਉਸੇ ਅਨੁਸਾਰ ਕਮਾਈ ਕਰ। ਇਹ ਅਸਲ ਸਿਮਰਨ ਕਿ ਹੱਥਾਂ ਤੇ ਪੈਰਾਂ ਦੇ ਨਾਲ ਕਾਰ ਕਰ ਅਤੇ ਚਿੱਤ ਜਿਹੜਾ ਉਹ ਮਾਲਕ ਦੇ ਨਾਲ ਜੋੜ ਕੇ ਰੱਖ ਕਿ ਤੇਰੀ ਕਮਾਈ ਦੇ ਵਿੱਚ ਖੋਟ ਨਾ ਆਵੇ। ਇਸੇ ਨੂੰ ਤਾਂ ਸੱਚਾ ਸੌਦਾ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ, ਹੋਰ ਕੋਈ ਵੱਖਰਾ ਥੋੜ੍ਹਾ ਕਰਕੇ ਗਏ। ਸੱਚਾ ਸੌਦਾ ਤੋਂ ਭਾਵ ਸੱਚੀ ਸੁੱਚੀ ਕਿਰਤ ਕਰਕੇ ਉਹਦਾ ਦਸਵੰਧ ਕੱਢਣਾ, ਸੱਚੀ ਸੁੱਚੀ ਕਿਰਤ ਕਰਨੀ। ਹੋਰ ਸੱਚਾ ਸੌਦਾ ਇਹ ਥੋੜ੍ਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਉਹਨਾਂ ਨੇ ਸੱਚੀ ਸੁੱਚੀ ਕਿਰਤ ਦਾ ਹੀ ਸੁਨੇਹਾ ਦਿੱਤਾ ਹੈ। ਸੱਚਾ ਸੌਦਾ ਭਾਵ ਸੱਚਾ ਵਪਾਰ ਕਰਨਾ, ਸੱਚੀ ਕਿਰਤ ਕਰਨੀ। ਪਰ ਜਿਵੇਂ ਦਾ ਪੁਰਾਤਨ ਸਮਾਜ ਸੀ ਜਿਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਸਾਨੂੰ ਕੱਢ ਕੇ ਗਏ ਸੀ, ਸਾਨੂੰ ਫਿਰ ਹੀ ਉੱਥੇ ਪਿੱਛੇ ਪਿੱਛੇ ਧੱਕਿਆ ਜਾ ਰਿਹਾ ਕਿ ਬਸ ਮਾਲਾ ਫੜ ਲਓ। ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਬਣਾ ਕੇ ਅਗਲਿਆਂ ਨੇ ਤਾਂ ਗਲ ਦੇ ਵਿੱਚ ਪਾਤੀ, ਇੱਕ ਗੋਲ ਦਸਤਾਰ ਦੇ ਉੱਤੇ ਪਾਤੀ ਹੈ, ਇੱਕ ਅੱਧੀ ਗੁੱਟ 'ਚ ਪਾ ਕੇ ਹੱਥ 'ਚ ਵੀ ਫੜਾ ਤੀ। ਗੁਰੂ ਨਾਨਕ ਸਾਹਿਬ ਵੀ ਮਾਲਾ ਜਪੀ ਜਾਂਦੇ, ਲਾਤਾ ਨਾ ਉੱਥੇ ਲਿਜਾ ਕੇ। ਕਹਿਣ ਤੋਂ ਭਾਵ ਹੈ ਇੱਕ ਨਹੀਂ ਕਿ ਖਾਸ ਤਰੀਕੇ ਦੇ ਨਾਲ ਕੋਈ ਮਾਨਤਾ ਹੈ ਹੀ ਨਹੀਂ ਮੂਰਤ ਦੀ। ਗੁਰਬਾਣੀ ਦੇ ਵਿੱਚ ਤਾਂ ਮੂਰਤ, ਕਿਸੇ ਵਿਅਕਤੀ ਦੀ ਦੇਹ ਦੀ ਮੂਰਤ ਦੀ ਮਾਨਤਾ ਹੀ ਨਹੀਂ ਹੈ। ਪਰ ਅੱਜ ਸਭ ਤੋਂ ਵੱਧ ਮੱਥੇ ਅਸੀਂ ਟੇਕਦੇ ਹਾਂ ਮੂਰਤਾਂ ਨੂੰ, ਕਿਉਂਕਿ ਗੁਰੂ ਸ਼ਬਦ ਦੀ ਸੋਝੀ ਸਾਡੇ ਕੋਲ ਨਹੀਂ ਹੈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਪਾਤਸ਼ਾਹ ਜੀ ਆਖ ਰਹੇ ਨੇ, ਸੱਚੇ ਸੇਵੈ ਸੱਚ ਸਮਾਵੈ। ਸੱਚੇ ਨੂੰ ਧਿਆਉਣਾ, ਸੇਵਨਾ। ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦਾ ਸਿਮਰਨ ਕਰਦੇ ਹੈ। ਸਿਮਰਨ ਕਰਨਾ ਇਕੱਲਾ ਇੱਕੋ ਸ਼ਬਦ ਵਾਰ-ਵਾਰ ਰਟਨ ਕਰਨਾ ਸਿਮਰਨ ਨਹੀਂ ਹੈ। ਹਾਂ, ਜੁੜਨ ਦਾ ਇੱਕ ਤਰੀਕਾ ਹੋ ਸਕਦਾ ਹੈ, ਤਰੀਕਾ ਹੋ ਸਕਦਾ ਜੁੜਨ ਦਾ, ਅਤੇ ਇੱਕ ਖਾਸ ਬਾਣੀ ਨੂੰ ਵਾਰ-ਵਾਰ ਪੜ੍ਹ ਲੈਣਾ। ਕੀ ਜੀ? ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇਹਦਾ ਇੱਕ ਵੱਖਰਾ ਸੰਕਲਪ ਹੈ। ਰਜੋ ਤਮੋ ਸਤੋ ਗੁਣ ਦੇ ਕਰਕੇ, ਤਨ ਮਨ ਧਨ ਕਰਕੇ ਤੁਹਾਨੂੰ ਹਰ ਵੇਲੇ ਮਾਲਕ ਯਾਦ ਆਵੇ, ਚਿੱਤ ਆਵੇ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਕਿ ਚਿੱਤ ਦੇ ਵਿੱਚ ਆਵੇ ਉਹ, ਮਨ ਕਰਕੇ ਵੀ, ਤਨ ਕਰਕੇ ਵੀ, ਧਨ ਕਰਕੇ ਵੀ। 3 ਵਾਰ ਹੈ ਨਾ। ਰਜੋ ਗੁਣ, ਤਮੋ ਗੁਣ, ਸਤੋ ਗੁਣ ਕਰਕੇ ਭਾਵ ਆਦ ਵਿਆਦ ਉਪਾਦ ਕਰਕੇ ਤੇਰੇ ਹਿਰਦੇ ਦੇ ਵਿੱਚ ਸਦਾ ਉਹ ਮਾਲਕ ਹੀ ਆਵੇ। ਮਨ ਬਚ ਕਰਮ, ਕਿ ਇਹ ਅਵਸਥਾਵਾਂ ਨੇ ਸਾਰੀਆਂ, ਕਿ ਇਹਨਾਂ ਕਰਕੇ ਹਰ ਵੇਲੇ ਮਾਲਕ ਤੇਰੇ ਚਿੱਤ ਵਿੱਚ ਰਹੇ, ਭੁੱਲੇ ਨਾ। ਉਹੀ ਜਿਹੜਾ ਆਪਾਂ ਸਾਂਝਾ ਕਰਕੇ ਅੱਡੇ ਬਚਨ ਹੋਣੇ, ਹੱਥ ਪਾਉ ਕਰ ਕਾਮ। ਬਿਲਕੁਲ। ਗੁਰਬਾਣੀ ਦੇ ਵਿੱਚ ਵਾਹਿਗੁਰੂ ਸ਼ਬਦ 13 ਵਾਰ ਆਉਂਦਾ ਹੈ। ਇਹਦਾ ਅਰਥ ਹੈ ਵਾਹ ਗੁਰੂ, ਧੰਨ ਹੈ ਤੂੰ। ਪਰ ਸਾਡੀ ਪੰਥਕ ਮਰਿਆਦਾ, ਪੰਥਕ ਜੋ ਵਿਦਵਾਨਾਂ ਦੇ ਵੱਲੋਂ ਰੱਬ ਨੂੰ ਵੀ ਵਾਹਿਗੁਰੂ ਆਖਿਆ ਗਿਆ ਹੈ। ਇਸ ਰੂਪ ਦੇ ਵਿੱਚ ਇਹ ਸ਼ਬਦ ਲਿਆ ਗਿਆ ਹੈ। ਵੱਖ-ਵੱਖ ਧਾਰਨਾਵਾਂ ਹੋ ਸਕਦੀਆਂ ਨੇ। ਗੁਰਬਾਣੀ ਦੇ ਵਿੱਚ ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ। ਵਿਚਾਰ ਦਾ ਵਿਸ਼ਾ ਆਪਣਾ ਲੰਮਾ ਹੋ ਜਾਣਾ ਥੋੜ੍ਹਾ ਜਿਹਾ, ਆਪਾਂ ਸੰਕੋਚ ਵਾਲੇ ਪਾਸੇ ਆਈਏ। ਕਹਿਣ ਤੋਂ ਭਾਵ ਹੈ ਕਿ ਇਸ ਤੋਂ ਮਨਾ ਨਹੀਂ ਮੈਂ ਬਿਲਕੁਲ ਵੀ ਕੀਤਾ। ਮੈਂ ਕਹਿੰਦਾ ਕਿ ਜੁੜਨ ਦਾ ਤਰੀਕਾ ਹੋ ਸਕਦਾ, ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ, ਜੁੜਨਾ ਚਾਹੀਦਾ, ਸਾਨੂੰ ਕਰਨਾ ਚਾਹੀਦਾ। ਆਪਾਂ ਸਵੇਰੇ ਜਦੋਂ ਵੀ ਕਥਾ ਸ਼ੁਰੂ ਕਰਨੀ 5 ਮਿੰਟ ਆਪਾਂ ਪਹਿਲਾਂ ਲਾਉਣੇ ਆ ਆਰਾਮ ਦੇ ਨਾਲ, ਕਿ ਆ ਸਾਡਾ ਧਿਆਨ ਜਿਹੜਾ ਉਹ ਇਕਾਗਰ ਹੋ ਜੇ, ਸਾਡਾ ਮਨ ਜਿਹੜਾ ਹੈ ਉਹ ਇੱਧਰਲੇ ਪਾਸੇ ਆ ਜੇ। ਕਿਉਂਕਿ ਅਸੀਂ ਬੋਲਾਂਗੇ ਅਤੇ ਸਾਡੇ ਮਨ ਦੀ ਜਿਹੜੀ ਗੈਰ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਹਾਜ਼ਰੀ ਵਾਲੇ ਪਾਸੇ ਆਏਗੀ, ਕਿ ਮੈਂ ਕਿਤੇ ਹੁਣ
ਉਹੋ ਜਿਹੀ ਥਾਂ 'ਤੇ ਨਹੀਂ ਹੈਗਾ ਮੈਂ ਹੁਣ ਗੁਰੂ ਸਾਹਿਬ ਦੇ ਸਾਹਮਣੇ ਪ੍ਰੈਜ਼ੈਂਟ ਬੈਠਾ। ਇੱਕ ਤਰੀਕਾ ਹੈ, ਪਰ ਸਭ ਕੁਝ ਇਹ ਨਹੀਂ ਹੈ। ਗੁਰੂ ਦਾ ਸ਼ਬਦ ਕਮਾਉਣਾ ਸਭ ਕੁਝ ਹੀ ਹੈ। ਪਾਤਸ਼ਾਹ ਜੀ ਰਹਿਮਤ ਕਰਨ। ਸੱਚੇ ਸੇਵੈ ਸੱਚ ਸਮਾਵੈ, ਕਿ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਦਾ ਥਿਰ ਪ੍ਰਭੂ ਦੇ ਗੁਣ ਗਾਉਂਦੇ ਹਨ, ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿੰਦੇ ਹਨ, ਸਮਾਏ ਰਹਿੰਦੇ ਹਨ। ਪੰਡਿਤ ਪੜ੍ਹੈ ਸਾਧ ਨ ਪਾਵਹਿ, ਦੂਜੈ ਭਾਏ ਮਾਇਆ ਮਨ ਪਰਮਾਵਹਿ। ਪਰਮਾਵਹਿ ਪਰਮਾਵਹਿ, ਪੰਡਿਤ ਸ਼ਬਦ ਨਹੀਂ ਹੈ, ਪੰਡਿਤ ਹੈ। ਆਵਾਜ਼ ਪੰਡਿਤ ਦੀ ਆਈ ਹੈ ਵਿੱਚੋਂ, ਪੰਡਿਤ ਹੈ। ਗੁਰਬਾਣੀ ਵਿੱਚ ਪੰਡਿਤ ਸ਼ਬਦ ਨਹੀਂ ਆਉਂਦਾ ਹੈ, ਪੰਡਿਤ ਸ਼ਬਦ ਨਹੀਂ ਆਉਂਦਾ, ਪੰਡਿਤ ਹੀ ਆਏਗਾ, ਡੱਡੇ ਨੂੰ ਸਿਹਾਰੀ ਨਾਲ ਹੀ ਆਏਗਾ, ਪੰਡਿਤ। ਹਾਂਜੀ, ਸਾਧ ਤੋਂ ਭਾਵ ਸਵਾਦ, ਭਾਵ ਆਤਮਿਕ ਆਨੰਦ ਲੈਣਾ, ਰਸ ਲੈਣਾ। ਪੰਡਿਤ ਲੋਕ ਵੇਦ ਆਦਿਕ ਧਰਮ ਪੁਸਤਕਾਂ ਪੜ੍ਹਦੇ ਤਾਂ ਹਨ, ਪਰ ਸਵਾਦ ਨਹੀਂ ਲੈ ਸਕਦੇ ਉਹਦਾ, ਭਾਵ ਆਤਮਿਕ ਆਨੰਦ ਪ੍ਰਾਪਤ ਨਹੀਂ ਕਰਦੇ। ਇਕੱਲੇ ਪੰਡਤਾਂ ਦੀ ਗੱਲ ਨਹੀਂ ਹੈ। ਉਦੋਂ ਅਜੇ ਸਾਡੇ ਵਰਗੇ ਗਿਆਨੀ ਨਹੀਂ ਸਨ, ਕਹਿ ਦਈਏ ਕਿ ਇੱਧਰਲੇ ਪਾਸੇ ਵਾਲੇ ਗਿਆਨੀ ਨਹੀਂ ਸਨ। ਅਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾ ਰਹੇ ਹੈ। ਉਦੋਂ ਬਾਅਦ ਹੈ ਜਿਹੜਾ 22 ਮੰਜੀਆਂ, ਧੂਣੇ ਜਾਂ ਹੋਰ ਪ੍ਰਚਾਰਕ ਥਾਪੇ ਗਏ ਆ। ਭਾਵ ਜਿਹੜਾ ਵੀ ਕੋਈ ਵੀ ਧਰਮ ਹੋ ਸਕਦਾ ਹੈ, ਕੋਈ ਵੀ ਉਸ ਧਰਮ ਦੀਆਂ ਪੁਸਤਕਾਂ ਦਾ ਅਧਿਐਨ ਕਰਨ ਵਾਲਾ ਹੋ ਸਕਦਾ ਹੈ, ਪਰ ਜੇ ਉਹਦੇ ਜੀਵਨ ਵਿੱਚ ਇਕੱਲਾ ਪੜ੍ਹਨਾ ਹੀ ਲਿਖਿਆ ਹੈ, ਜਾਂ ਉਹ ਇਕੱਲਾ ਪੜ੍ਹਦਾ ਹੀ ਹੈ ਪਰ ਆਪਣੀ ਜੀਵਨ 'ਚ ਨਹੀਂ ਕਮਾਉਂਦਾ, ਉਹ ਹੈ, ਉਹਦੀ ਗੱਲ ਕਰ ਰਹੇ ਸਤਿਗੁਰੂ ਜੀ। ਬਹੁਤਾਤ ਵਿੱਚ ਜੁੜੇ ਹੋਏ ਨੇ, ਬਹੁਤਾਤ ਦੇ ਵਿੱਚ ਆਨੰਦ ਵੀ ਲੈਂਦੇ ਹੈ, ਕਿ ਜੋ ਲਿਖਿਆ ਉਹਨੂੰ ਕਮਾਉਂਦੇ ਵੀ ਹੈ, ਰਸ ਵੀ ਲੈਂਦੇ, ਉਹਦੇ ਵਿੱਚੋਂ ਆਨੰਦ ਵੀ ਆਉਂਦਾ ਹੈ। ਪਰ ਬਹੁਤਿਆਂ ਦਾ ਹਾਲ ਇਹ ਵੀ ਹੈ ਕਿ ਪੜ੍ਹਦੇ ਜ਼ਰੂਰ ਹੈ, ਪਰ ਲੈਣਾ ਦੇਣਾ ਕੋਈ ਨਹੀਂ ਹੈ। ਇਸੇ ਤਰ੍ਹਾਂ ਆਖਰੇ ਨੇ, ਭਾਵ ਪੰਡਿਤ ਲੋਕ, ਗਿਆਨੀ ਲੋਕ ਧਰਮ ਪੁਸਤਕਾਂ ਪੜ੍ਹਦੇ ਹਨ, ਵਿਚਾਰਦੇ ਹਨ, ਪਰ ਆਤਮਿਕ ਆਨੰਦ ਨਹੀਂ ਮਾਣ ਸਕਦੇ ਹਨ। ਦੂਜੇ ਭਾਏ ਮਾਇਆ ਮਨ ਪਰਮਾਵਹਿ, ਪਰਮਾਵਹਿ ਤੋਂ ਭਾਵ ਭਟਕਾਉਂਦੇ ਹਨ, ਦੌੜਾਉਂਦੇ ਹਨ, ਕਿਉਂਕਿ ਉਹ ਮਾਇਆ ਦੇ ਮੂੰਹ ਵਿੱਚ ਫਸ ਕੇ ਮਾਇਆ ਵੱਲ ਹੀ ਆਪਣੇ ਮਨ ਨੂੰ ਦੌੜਾਉਂਦੇ ਰਹਿੰਦੇ ਹਨ। ਮਾਇਆ ਮੋਹ ਸਭ ਸੁਧ ਗਵਾਈ, ਕਰ ਅਵਗਣ ਪਛੋਤਾਵਣਿਆ। ਮਾਇਆ ਦੇ ਮੋਹ ਦੇ ਕਾਰਨ ਉਹਨਾਂ ਦੇ ਉੱਚੇ ਆਤਮਿਕ ਜੀਵਨ ਬਾਰੇ ਸਾਰੀ ਸੂਝ ਗਵਾ ਲਈ ਹੁੰਦੀ ਹੈ, ਅਤੇ ਮਾਇਆ ਦੀ ਖਾਤਰ ਔਗਣ ਕਰ ਕਰਕੇ ਪਛਤਾਉਂਦੇ ਰਹਿੰਦੇ ਹੈ। ਪਛਤਾਉਂਦੇ ਹੀ ਹੈ ਕਿ ਸਭ ਤੋਂ ਵੱਧ ਧਰਮ ਪੁਸਤਕਾਂ ਪੜ੍ਹਦੇ ਵੀ ਹਾਂ, ਵਿਚਾਰਦੇ ਵੀ ਹਾਂ, ਨੇੜੇ ਵੀ ਰਹਿੰਦੇ ਹਾਂ, ਪਰ ਫਿਰ ਵੀ ਮਨ ਦੇ ਵਿੱਚ ਟਿਕਾ ਨਹੀਂ ਹੈ, ਫਿਰ ਵੀ ਮਨ ਦੇ ਵਿੱਚ ਆਨੰਦ ਨਹੀਂ ਹੈ, ਸੰਤੋਖ ਨਹੀਂ ਹੈ। ਬਸ ਭੱਜ ਦੌੜ ਲੱਗੀ ਰਹਿੰਦੀ ਕਿ ਇੱਧਰੋਂ ਵੀ 2-4 ਰੁਪਈਏ ਆ ਜਾਣ, ਇੱਧਰੋਂ ਵੀ ਕੋਈ 100 ਬਣ ਜਾਏ, ਇੱਧਰਲੇ ਪਾਸਿਓਂ ਵੀ ਕੋਈ ਦੇ ਜਾਏ। ਇਸੇ ਤਰ੍ਹਾਂ ਮਨ ਦੇ ਵਿੱਚ ਧਰਮ ਪੁਜਾਰੀਆਂ ਦੇ, ਭਾਵ ਕੋਈ ਵੀ ਹੋ ਸਕਦਾ ਧਰਮ ਗ੍ਰੰਥ ਪੜ੍ਹਨ ਵਾਲਾ, ਮਨ ਦੇ ਵਿੱਚ ਜਿੰਨਾ ਚਿਰ ਇਹ ਹੋੜ ਲੱਗੀ ਹੋਈ ਹੈ, ਓਨਾ ਸਮਾਂ ਪ੍ਰਾਪਤੀ ਨਹੀਂ ਹੈ, ਕਿਉਂਕਿ ਸੁੱਧ ਜਿਹੜੀ ਹੈ, ਆਪਣੀ ਸੂਝ ਹੈ, ਬੁੱਧੀ ਹੈ, ਉਹ ਮਾਇਆ ਦੇ ਮੋਹ ਕਰਕੇ ਗਵਾਚ ਗਈ ਹੈ। ਸਤਿਗੁਰ ਮਿਲੈ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਹਾਂਜੀ, ਤਾ ਦਾ ਅਰਥ ਕੀ ਹੈ? ਇੱਥੇ ਤਾਂ ਆਖਿਆ, ਸਤਿਗੁਰ ਮਿਲੈ ਤਾਂ ਤਦੋਂ, ਭਾਵ ਜਦੋਂ ਮਨੁੱਖ ਨੂੰ ਗੁਰੂ ਮਿਲ ਪਏ, ਸਤਿਗੁਰ ਮਿਲੇ
ਤਾਂ ਤਤ ਪਾਏ। ਤਤ ਭਾਵ ਅਸਲੀਅਤ ਕਹਿ ਦਈਏ ਕਿ ਤਤ ਪ੍ਰਾਪਤ, ਤਤ ਮਿਲ ਗਿਆ, ਲੱਭ ਗਿਆ, ਤਾਂ ਉਹ ਅਸਲੀਅਤ ਕੀ ਹੈ ਸਮਝ ਲੈਂਦਾ ਹੈ। ਜੀਵਨ ਦੇ ਬਾਰੇ ਜਿਹੜੀ ਅਸਲੀਅਤ ਹੈ ਉਹਦੀ, ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਹੈ। ਹਰਿ ਕਾ ਨਾਮ ਮਨ ਵਸਾਏ, ਉਹ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਹਾਂਜੀ, ਤਾ ਸ਼ਬਦ ਦੀ ਆਪਾਂ ਵੀ ਕੱਲ੍ਹ ਵਿਚਾਰ ਕੀਤੀ ਸੀ, ਤਾ ਅਤੇ ਤਾਂ ਦੀ। ਤਾ ਦਾ ਅਰਥ ਉਹ ਕਹਿ ਸਕਦੇ ਹਾਂ ਪਾਵਨ ਬਾਣੀ ਦੇ ਵਿੱਚ, ਤਾ ਕੋ ਬਿਗੜ ਨਾ ਲਾਗੈ ਕੋ, ਐਸਾ ਵੀ ਸ਼ਬਦ ਆਉਂਦਾ ਹੈ। ਉੱਥੇ ਤਾ ਹੈ, ਉੱਥੇ ਤਾਂ ਨਹੀਂ ਹੈ। ਉੱਥੇ ਤਾ ਤੋਂ ਭਾਵ ਉਸ ਨੂੰ। ਇਸ ਤਰੀਕੇ ਨਾਲ ਤਾ ਸ਼ਬਦ ਵੀ ਹੈ, ਤਾਂ ਸਾਰਿਆਂ ਥਾਵਾਂ 'ਤੇ ਨਾਸਕੀ ਉਚਾਰਨ ਨਹੀਂ ਹੈ। ਜਿੱਥੇ ਉਹਦਾ ਉਚਾਰਨ ਜਾਂ ਅਰਥ ਉਹ ਜਾਂ ਉਸ ਨੂੰ ਹੋਏਗਾ, ਉੱਥੇ ਉਹਦਾ ਅਰਥ ਤਾ ਹੀ ਹੋਵੇਗਾ। ਜਿੱਥੇ ਕਹਿਣ ਤੋਂ ਭਾਵ ਹੈ ਕਿ ਇੱਕ ਪਾਸੇ ਆਹ ਕਾਰਜ ਹੋ ਗਿਆ ਅਤੇ ਤੁਹਾਨੂੰ ਆਹ ਪ੍ਰਾਪਤੀ ਹੋ ਜਾਣੀ, ਉੱਥੇ ਤਾਂ ਦਾ ਅਰਥ ਤਦੋਂ ਜਾਂ ਉਦੋਂ ਵੀ ਹੋ ਸਕਦਾ। ਤਦੋਂ, ਉਦੋਂ, ਇਸ ਤਰੀਕੇ ਦੇ ਨਾਲ। ਜਾਂ ਫਿਰ ਕਹਿ ਲਈਏ ਕਿ ਜਦੋਂ ਸਤਿਗੁਰੂ ਨੂੰ ਮਿਲ ਪੈਂਦਾ ਹੈ, ਮਿਲ ਪਏ ਤਾਂ ਅਸਲੀਅਤ, ਜ਼ਿੰਦਗੀ ਦੀ ਅਸਲੀਅਤ ਸਮਝ ਆ ਜਾਂਦੀ ਹੈ। ਸ਼ਬਦ, ਅੱਛਾ, ਹਰਿ ਕਾ ਨਾਮ ਮਨ ਵਸਾਏ, ਇਹ ਆਪਾਂ ਕਰ ਲਿਆ ਹੈ ਕਿ ਫਿਰ ਉਹ ਮਾਲਕ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਸ਼ਬਦ ਮਰੈ ਮਨ ਮਾਰੈ ਆਪਣਾ, ਮੁਕਤੀ ਕਾ ਦਰ ਪਾਵਣਿਆ। ਸ਼ਬਦ ਮਰੈ ਕਿ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਫਿਰ ਮਰ ਜਾਂਦਾ ਹੈ, ਭਾਵ ਅਡੋਲ ਹੋ ਜਾਂਦਾ ਹੈ, ਟਿਕ ਜਾਂਦਾ ਹੈ, ਅਤੇ ਆਪਣੇ ਮਨ ਮਾਰੈ ਆਪਣਾ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ। ਭਾਵ ਮਾਇਆ ਦਾ ਮੋਹ ਨੂੰ ਪਿੱਛੇ ਹਟਾ ਦਿੰਦਾ ਹੈ, ਦੂਰ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਅਤੇ ਮਨ ਨੂੰ ਕਾਬੂ ਦੇ ਵਿੱਚ ਕਰ ਲੈਂਦਾ ਹੈ। ਅਤੇ ਮੁਕਤੀ ਕਾ ਦਰ ਪਾਵਣਿਆ, ਮੁਕਤੀ ਤੇ ਮੋਹ ਤੋਂ ਖਲਾਸੀ ਪਾਉਣ ਦਾ ਜਿਹੜਾ ਹੈ ਉਹ ਦਰਵਾਜ਼ਾ ਲੱਭ ਲੈਂਦਾ ਹੈ, ਪਤਾ ਲੱਗ ਜਾਂਦਾ ਹੈ। ਕਿਉਂਕਿ ਸਤਿਗੁਰ ਮਿਲੈ ਤਾਂ ਤਤ ਪਾਏ। ਤਤ ਸਤਿਗੁਰੂ ਕੋਲੋਂ ਹੀ ਸਮਝ ਆਉਣਾ ਹੈ। ਹਰਿ ਕਾ ਨਾਮ ਮਨ ਵਸਾ ਕੇ ਹੀ ਇਹ ਮਨ ਕਾਬੂ ਦੇ ਵਿੱਚ ਆਉਣਾ ਹੈ। ਐਸਾ ਵੀ ਨਹੀਂ ਹੈ ਕਿ ਗੁਰੂ ਦੇ ਸ਼ਬਦ ਤੋਂ, ਗੁਰੂ ਦੇ ਕੋਲੋਂ ਆ ਕੇ ਅਸਲੀਅਤ ਸਮਝ ਲਈ, ਪਰ ਅਸਲੀਅਤ ਨੂੰ ਜੀਵਨ ਦੇ ਵਿੱਚ ਕਮਾਇਆ ਹੀ ਨਾ। ਮਾਲਕ ਦਾ ਜੋ ਹੁਕਮ ਹੈ, ਰਜ਼ਾ ਹੈ, ਜੀਵਨ ਦੇ ਵਿੱਚ ਉਹਦੀ ਕਮਾਈ ਨਾ ਕੀਤੀ, ਤੇ ਫਿਰ ਵੀ ਉਹ ਸਾਡਾ ਸਮਝਿਆ ਕਿ ਪ੍ਰਾਪਤ ਕੀਤਾ ਗਿਆਨ ਵੀ ਫਿਰ ਕਿਸੇ ਕਾਰਜ ਨਹੀਂ ਆਉਂਦਾ ਹੈ। ਜਿਵੇਂ ਪਿੱਛੇ ਪੰਡਿਤ ਦੀ ਗੱਲ ਕਰਕੇ ਹਟੇ ਹੈ, ਗਿਆਨੀ ਦੀ ਗੱਲ ਜਿਵੇਂ ਹੋਈ ਹੈ ਕਿ ਹੁਣ ਪੰਡਿਤਾਂ ਗਿਆਨੀਆਂ ਤੋਂ ਵੱਧ ਕੌਣ ਜਾਣਦਾ ਕਿ ਧਰਮ ਪੁਸਤਕਾਂ ਦੇ ਵਿੱਚ ਕੀ ਲਿਖਿਆ ਹੈ, ਜਾਂ ਕਥਾਵਾਚਕਾਂ ਤੋਂ, ਗ੍ਰੰਥੀਆਂ ਤੋਂ, ਬਾਬਿਆਂ ਤੋਂ ਵੱਧ ਕੌਣ ਜਾਣਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ। ਪਰ ਕਈ ਵਾਰੀ ਉਹ ਇਸੇ ਚੀਜ਼ ਨੂੰ ਹੀ ਮੇਰੇ ਵਰਗੇ ਧੰਦਾ ਬਣਾ ਕੇ ਬੈਠ ਜਾਂਦੇ ਹੈ ਨਾ ਐਸਾ, ਕਿ ਸਿਮਰਨ ਉਹ ਨਹੀਂ ਹੈ ਇਕੱਲਾ ਪੜ੍ਹ ਲੈਣਾ, ਸਿਮਰਨ ਉਹ ਹੈ ਪੜ੍ਹ ਕੇ ਕਮਾਈ ਕਰ ਲੈਣੀ। ਸਫਲਤਾ ਕਦੋਂ ਹੈ? ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਆਪ ਬਹੁਤੇ, ਲਗਭਗ ਆਪ ਸਾਰੇ ਜਣੇ ਜਿਹੜੇ ਹੋ ਉਹ ਕਿਸੇ ਨਾ ਕਿਸੇ ਜੋਬ ਤੋਂ ਰਿਟਾਇਰ ਹੋ ਜਾਂ ਕਰਦੇ ਹੋਵੋਗੇ। ਪੜ੍ਹਾਈ ਦਾ ਮੁੱਲ ਕਦੋਂ ਹੈ? ਜਦੋਂ ਤੁਸੀਂ ਟੀਚਰ ਦੀ ਗੱਲ ਸੁਣੀ ਅਤੇ ਮੰਨੀ, ਜਦੋਂ ਤੁਸੀਂ ਉਸ ਨੂੰ ਪੂਰੇ ਧਿਆਨ ਦੇ ਨਾਲ ਸੁਣਿਆ ਅਤੇ ਫਿਰ ਮੰਨਿਆ ਵੀ ਨਾਲ, ਭਾਵੇਂ ਉਹ ਸਾਡੇ ਮੁਤਾਬਕ ਹੋਵੇ ਜਾਂ ਨਾ ਹੋਵੇ। ਕਈ ਵਾਰ ਆਪਾਂ ਯੂਨੀਵਰਸਿਟੀ ਦੀ ਪੜ੍ਹਾਈ ਕਰਦੇ ਹਾਂ, ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਵਾ ਕਿ ਜਿਹੜੀਆਂ ਯੂਨੀਵਰਸਿਟੀ ਕਹਿੰਦੀ ਤੁਸੀਂ ਇੰਜ ਨਹੀਂ ਇੰਜ ਕਰੋ, ਪਰ ਸਾਡੇ ਮੁਤਾਬਕ ਹੋ ਸਕਦਾ ਉਹ ਠੀਕ ਨਾ ਹੋਵੇ। ਹੁੰਦਾ ਨਾ ਐਸਾ, ਕਈ ਵਾਰ ਕੋਈ ਐਸੇ ਸਵਾਲ ਵੀ ਆ ਜਾਂਦੇ ਵਿੱਚ, ਹੁੰਦੇ ਬਹੁਤ ਵਾਰ ਐਸੇ ਵੀ, ਪਰ ਸਾਨੂੰ ਯੂਨੀਵਰਸਿਟੀ ਦੇ ਤਰੀਕੇ ਦੇ ਨਾਲ ਜਵਾਬ ਦੇਣਾ ਪੈਂਦਾ ਕਿ ਸਾਨੂੰ ਉਹਦੇ ਅੰਕ ਤਾਂ ਮਿਲਦੇ ਹੈ ਜੇ ਅਸੀਂ ਜਿਵੇਂ ਯੂਨੀਵਰਸਿਟੀ ਨੇ ਕਿਹਾ, ਜੇ ਅਸੀਂ ਜਿਵੇਂ ਉਹ ਸਿਲੇਬਸ ਕਹਿੰਦਾ ਉਵੇਂ ਮੰਨਿਆ। ਐਸਾ ਹੀ ਹੈ ਨਾ। ਇਸੇ ਤਰ੍ਹਾਂ ਹੀ ਹੈ ਕਿ ਕਮਾਈ ਕਰਨੀ ਹੈ ਜੀਵਨ ਦੇ ਵਿੱਚ, ਪ੍ਰਾਪਤੀ ਫਿਰ ਹੈ। ਹਾਂਜੀ
ਹਾਂਜੀ ਜੋ ਗੁਰ ਕਹਿ ਸੋਈ ਭਲ। ਫਿਰ ਕਥਾ ਨਿਰਾਲੀ ਬਣਨੀ ਹੈ, ਫਿਰ ਜੀਵਨ ਨਿਰਾਲਾ ਬਣਨਾ। ਫਿਰ ਆਖਦੀ ਦੁਨੀ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਦੁਨੀਆ ਨੂੰ ਲੱਗਦਾ ਕਿ ਬੜਾ ਬਿਖਮ ਮਾਰਗ ਹੈ ਭਗਤਾਂ ਦਾ, ਪਰ ਉਹਨਾਂ ਦੀ ਚਾਲ ਨਿਰਾਲੀ ਹੋ ਜਾਂਦੀ, ਵੱਖਰੀ ਹੋ ਜਾਂਦੀ ਹੈ। ਪਾਤਸ਼ਾਹ ਜੀ ਰਹਿਮਤ ਕਰਨ। ਕਿਲ ਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰ ਧਾਰੇ। ਉਹ ਮਨੁੱਖ ਆਪਣੇ ਅੰਦਰੋਂ ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ। ਕਿਹੜਾ? ਗੁਰ ਕਾ ਸ਼ਬਦ ਰੱਖੈ ਉਰ ਧਾਰੇ, ਜਿਹੜਾ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ। ਉਹਦੇ ਹਿਰਦੇ ਦੇ ਵਿੱਚੋਂ ਪਾਪ ਖਤਮ ਹੁੰਦੇ ਹੈ। ਮੱਤ ਜਿਹੜੀ ਹੈ ਉਹ ਧੁੱਪੈ ਨਾਵੇਂ ਕਾ ਰੰਗ, ਉਹੀ ਧੋਂਦਾ ਹੈ ਜਿਹੜਾ ਨਾਮ ਨੂੰ ਹਿਰਦੇ ਦੇ ਵਿੱਚ ਜੀਵਨ ਵਿੱਚ ਵਸਾ ਲੈਂਦਾ ਹੈ। ਉਹਦੇ ਕੋਲੋਂ ਹੀ ਫਿਰ ਕ੍ਰੋਧ ਨਿਵਾਰੇ, ਕ੍ਰੋਧ ਨੂੰ ਉਹ ਹੀ ਖਤਮ ਕਰਦਾ ਹੈ, ਦੂਰ ਕਰਦਾ ਹੈ। ਹਾਂਜੀ ਜਸਪਾਲ ਸਿੰਘ ਜੀ ਬੈਠੇ ਹੈ, ਅੱਜ ਕਾਫੀ ਲੇਟ ਆਏ ਤੁਸੀਂ। ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਹਾਂਜੀ ਜਸਪਾਲ ਸਿੰਘ ਜੀ, ਬੈਰਾਗੀ ਦਾ ਅਰਥ ਕੀ ਹੈ? ਆਪਾਂ ਚੰਗੀ ਤਰ੍ਹਾਂ ਕੀਤਾ ਸੀ ਉਸ ਦਿਨ। ਹਾਂਜੀ ਮਨਮੋਹਨ ਸਿੰਘ ਜੀ ਬੈਠੇ ਪਰਲੇ ਪਾਸੇ। ਦੁਨੀਆ ਦੇ ਭਾਵ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਣਾ, ਬੈਰਾਗ ਹੋ ਜਾਣਾ। ਪਾਤਸ਼ਾਹ ਜੀ ਆਖ ਰਹੇ ਨੇ ਸੱਚ ਰਤੇ ਸਦਾ ਬੈਰਾਗੀ, ਕਿ ਜਿਹੜੇ ਮਨੁੱਖ ਸਦਾ ਫਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਹੀ ਰਹਿੰਦੇ ਹੈ। ਕਿ ਮਾਇਆ ਦਾ ਮੋਹ ਵਿਕਾਰ ਉਹਦੇ ਨੇੜੇ ਨਹੀਂ ਆ ਸਕਦੇ, ਅਤੇ ਉਹ ਆਪਣੇ ਅੰਦਰੋਂ ਹਉਮੈ ਮਾਰ ਕੇ ਮਾਲਕ ਚਰਨਾਂ ਵਿੱਚ ਲੀਨ ਰਹਿੰਦੇ ਹੈ, ਮਿਲੇ ਰਹਿੰਦੇ। ਹਉਮੈ ਮਾਰ ਮਿਲਾਵਣਿਆ, ਅੰਤਰ ਰਤਨ ਮਿਲੈ ਮਿਲਾਇਆ। ਤ੍ਰਿਬਿਧ ਮਨਸਾ ਤ੍ਰਿਬਿਧ ਮਾਇਆ, ਅੰਤਰ ਰਤਨ ਮਿਲੈ ਮਿਲਾਇਆ। ਹਰੇਕ ਜੀਵ ਦੇ ਅੰਦਰ ਪ੍ਰਭੂ ਦੀ ਜੋਤ ਰਤਨ ਰੂਪ ਕਰਕੇ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲਾ ਦੇਵੇ। ਜਿਵੇਂ ਪਿੱਛੇ ਆਪਾਂ ਹੁਣੇ ਪੜ੍ਹਿਆ ਹੈ, ਸਤਿਗੁਰ ਮਿਲੈ ਤਾਂ ਤਤ ਪਾਏ। ਫਿਰ ਤਤ ਸਮਝ ਆਉਂਦਾ ਹੈ, ਫਿਰ ਹੀ ਪਤਾ ਲੱਗਦਾ ਕਿ ਸਾਡੇ ਅੰਦਰ ਮਾਲਕ ਦੀ ਜੋਤ ਹੈ ਤੇ ਅਸੀਂ ਉਹ ਤੋਂ ਪ੍ਰਕਾਸ਼ ਲੈਣਾ, ਉਹਦੇ ਦੱਸੇ ਅਨੁਸਾਰ ਚੱਲਣਾ ਹੈ। ਇਸੇ ਤਰ੍ਹਾਂ ਹੀ ਆਖ ਰਹੇ ਹਨ ਕਿ ਹਰ ਜੀਵ ਦੇ ਅੰਦਰ ਰਤਨ ਹੈ, ਮਾਲਕ ਦਾ ਨਾਮ ਰੂਪ ਰਤਨ ਹੈ, ਜੋਤ ਰੂਪ ਰਤਨ ਹੈ। ਮਿਲੈ ਮਿਲਾਇਆ, ਜਦੋਂ ਗੁਰੂ ਮਿਲਾਉਂਦਾ ਹੈ ਉਦੋਂ ਇਹ ਮਿਲਦਾ ਹੈ, ਉਦੋਂ ਹੀ ਇਹਦਾ ਪਤਾ ਲੱਗਦਾ ਹੈ। ਤ੍ਰਿਬਿਧ ਮਨਸਾ ਤ੍ਰਿਬਿਧ ਮਾਇਆ, ਤ੍ਰਿਬਿਧ ਤੋਂ ਭਾਵ ਤਿੰਨ ਕਿਸਮਾਂ ਵਾਲੀ, ਤਿੰਨ ਤਰੀਕਿਆਂ ਵਾਲੀ ਕਹਿ ਦਈਏ, ਤਿੰਨ ਵਿਧੀਆਂ ਵਾਲੀ ਕਹਿ ਦਈਏ। ਮਨਸਾ ਤੋਂ ਭਾਵ ਇੱਛਾ ਕਾਮਨਾ, ਤੇ ਤ੍ਰਿਬਿਧ ਤਿੰਨ ਗੁਣਾਂ ਵਾਲੀ, ਭਾਵ ਤਿੰਨ ਗੁਣਾਂ ਵਾਲੀ ਤੇ ਤਿੰਨ ਕਿਸਮਾਂ ਵਾਲੀ। ਮਨੁੱਖ ਆਪਣੇ ਉਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਰਤਨ ਹੈ, ਅੰਦਰ ਰਤਨ ਹੈ, ਉਹ ਆਪਣੇ ਉਦਮ ਨਾਲ ਹਾਸਲ ਨਹੀਂ ਕਰ ਸਕਦਾ। ਕਿਉਂਕਿ ਆਪਣਾ ਉਦਮ ਤੇ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸੋਹਣਾ ਤਰੀਕੇ ਨਾਲ ਸਮਝਾਇਆ ਹੈ ਕਿ ਕੋਈ ਸੁਮੇਰ ਪਰਬਤ 'ਤੇ ਜਾ ਕੇ ਜਿਹੜਾ ਹੈ ਜ਼ੋਰ ਲਾ ਰਿਹਾ ਸੀ ਅੰਦਰੋਂ ਲੱਭਣ ਵਾਸਤੇ, ਕੋਈ ਜਿਹੜਾ ਹੈ ਠੰਡੇ ਪਾਣੀ 'ਚ ਖਲੋ ਕੇ ਇੱਕ ਲੱਤ 'ਤੇ ਜਾਪ ਕਰ ਰਿਹਾ ਸੀ, ਕੋਈ ਗਰਮੀ ਦੇ ਸਮੇਂ ਦੇ ਵਿੱਚ ਆਪਣੇ ਆਲੇ ਦੁਆਲੇ ਅੱਗ ਬਾਲ ਰਿਹਾ ਸੀ, ਕੋਈ ਕਰਵੱਤਰ ਆਰੇ ਥੱਲੇ ਆਪਣੇ ਆਪ ਨੂੰ ਚਰਵਾ ਰਿਹਾ ਸੀ,
ਕੋਈ ਦਾਨ ਪੁੰਨ ਕਰ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ, ਕੋਈ ਯੱਗ ਕਰ ਰਿਹਾ ਸੀ, ਕੋਈ ਤੀਰਥ ਯਾਤਰਾ ਹੀ ਕਰ ਰਿਹਾ ਸੀ ਬਹੁਤ ਬਹੁਤ ਵਾਰੀ ਇਸ ਰਤਨ ਨੂੰ ਅੰਦਰੋਂ ਲੱਭਣ ਵਾਸਤੇ। ਪਰ ਇਹ ਆਪਣੇ ਉਦਮ ਸਨ, ਪਰ ਇਹਨਾਂ ਉਦਮਾਂ ਦੇ ਨਾਲ ਕੋਈ ਮਨੁੱਖ ਲੱਭ ਨਹੀਂ ਸਕਦਾ, ਕਿਉਂਕਿ ਇਹ ਬਾਰੀ ਬਾਰੀ ਉਦਮ ਨੇ। ਪਾਤਸ਼ਾਹ ਜੀ ਆਖਣ ਲੱਗੇ, ਕਿਉਂਕਿ 3 ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋਕਾਮਨਾ 3 ਗੁਣਾਂ ਅਨੁਸਾਰ ਫਿਰ ਵੰਡੀ ਰਹਿੰਦੀ ਹੈ, ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਮਾਇਆ ਜਿਹੜਾ ਆਪਣਾ ਪ੍ਰਭਾਵ ਪਾਉਂਦੀ ਰਹਿੰਦੀ ਹੈ। ਪੜ ਪੜ ਪੰਡਿਤ ਮੁਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਮੋਨੀ ਤੋਂ ਭਾਵ ਜਿਹੜੇ ਚੁੱਪ ਰਹਿੰਦੇ ਹੈ, ਮੌਨ ਧਾਰਿਆ ਹੁੰਦਾ ਜਿਨ੍ਹਾਂ ਨੇ। ਸਤਿਗੁਰੂ ਜੀ ਆਖਣ ਲੱਗੇ, ਪੰਡਿਤ ਤੇ ਹੋਰ ਸਿਆਣੇ ਸਮਾਧੀਆਂ ਲਾਉਣ ਵਾਲੇ ਵੇਦ ਆਦਿਕ ਧਰਮ ਪੁਸਤਕਾਂ ਪੜ੍ਹ ਪੜ੍ਹ ਕੇ ਥੱਕ ਪੈਂਦੇ ਨੇ, ਥੱਕ ਜਾਂਦੇ ਆ ਪੜ੍ਹ ਪੜ੍ਹ ਕੇ। ਕੋਈ ਵੀ ਸੰਸਾਰ ਦੇ ਵਿੱਚ ਹੋ ਸਕਦਾ ਹੈ, ਪਰ ਇਹ 3 ਗੁਣੀ ਜਿਹੜੀ ਮਾਇਆ ਦੇ ਪ੍ਰਭਾਵ ਦੇ ਕਾਰਨ ਉਹ ਆਤਮਿਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ 3 ਗੁਣਾਂ ਦੀ ਇਹ ਮਾਇਆ ਹੈ, 3 ਗੁਣਾਂ ਵਾਲੀ। ਤੇ ਇਸ ਤੋਂ ਚੌਥਾ ਗੁਣ ਹੈ, ਜਾਂ ਕਹਿ ਦਈਏ ਚੌਥਾ ਪਦ ਹੈ ਜਿਹੜਾ, ਉਹ ਹੈ ਆਤਮਿਕ ਆਨੰਦ, ਮਾਲਕ ਦੀ ਪ੍ਰਾਪਤੀ, ਮਾਲਕ ਨਾਲ ਮਿਲਾਪ। ਕਿ 3 ਪੌੜੀਆਂ ਇਹ ਮਾਇਆ ਦੀਆਂ ਨੇ, ਜਿਹੜਾ 3 ਚੜ੍ਹ ਜਾਂਦਾ ਫਿਰ ਉਹ ਚੌਥੇ ਦੇ ਵਿੱਚ ਜਾ ਕੇ ਮਿਲਦਾ ਹੈ। ਚੌਥਾ ਪਦ ਪਰਮ ਪਦ ਆਤਮਿਕ ਆਨੰਦ, ਇਸੇ ਨੂੰ ਪਾਵਨ ਬਾਣੀ ਦੇ ਵਿੱਚ ਆਖਿਆ ਗਿਆ ਹੈ। ਸਤਿਗੁਰੂ ਜੀ ਆਖ ਰਹੇ ਨੇ ਕਿ ਫਿਰ ਉਹ ਆਤਮਿਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜਿਹੜੇ ਸਿਰਫ ਪੜ੍ਹ ਪੜ੍ਹ ਕੇ ਥੱਕ ਗਏ ਹੈ, ਪੜ੍ਹੀ ਜਾ ਰਹੇ ਆ ਵਾਰ-ਵਾਰ, ਆਸਮੇ ਭਿੜੀ ਜਾ ਰਹੇ ਹੈ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਧ। ਸਾਡੇ ਸਮਾਜ ਵਿੱਚ ਵੀ ਅੱਜ ਅਜਿਹਾ ਹੈ, ਕੋਈ ਆਖ ਰਿਹਾ ਕਿ ਬਾਣੀ ਦੇ ਅਰਥ ਆ ਨਹੀਂ, ਆ ਨੇ, ਕੋਈ ਆਖ ਰਿਹਾ ਗੁਰੂ ਸਾਹਿਬ ਨੇ ਆ ਨਹੀਂ ਕੀਤਾ ਸੀ, ਆ ਕੀਤਾ। ਕੋਈ ਕਹਿ ਦਿੰਦਾ ਕਿ ਗੁਰਬਾਣੀ ਆ ਇਹਨਾਂ ਦੀ ਆ ਇੰਝ ਆਖਦੀ। ਵੱਖ-ਵੱਖ ਤਰੀਕੇ ਨਾਲ ਪੜ੍ਹ ਪੜ੍ਹ ਕੇ ਲੜਨ ਵਾਲੀ ਗੱਲ ਹੈ, ਤੱਤ ਕੋਈ ਵੀ ਨਹੀਂ ਪਛਾਣਦਾ। ਸਾਰੇ ਪਾਸੇ ਇਹ ਹਾਲ ਹੈ। ਇਸੇ ਕਰਕੇ ਪਾਤਸ਼ਾਹ ਜੀ ਆਖ ਰਹੇ ਨੇ, ਇਹ 3 ਗੁਣੀ ਮਾਇਆ ਹੈ, ਇਹਦੇ ਤੋਂ ਉੱਪਰ ਉਹ ਫਿਰ ਨਹੀਂ ਜਾ ਸਕਦੇ। 3 ਪੌੜੀਆਂ ਦੇ 3 ਗੁਣਾਂ ਦੇ ਵਿੱਚ ਹੀ ਰੁਲੇ ਰਹਿੰਦੇ ਹੈ। ਅਤੇ ਜਿਹੜੀ ਮਾਇਆ 3 ਗੁਣਾਂ ਦੇ ਪ੍ਰਭਾਵ ਤੋਂ ਉਹ ਤਾਂ ਫਿਰ ਟਿਕਾਈ ਰੱਖਦੀ ਹੈ ਕਿ ਚੌਥੇ ਪਦ ਕੀ ਸਾਰ ਨਾ, ਸਾਰ ਤੋਂ ਭਾਵ ਇੱਥੇ ਔਂਕੜ ਨਹੀਂ ਲੱਗਿਆ, ਇਹ ਇਸਤਰੀ ਲਿੰਗ ਸ਼ਬਦ ਹੈ। ਸਮਝ ਸੂਝ, ਤੇ ਜੇ ਇਹਨੂੰ ਔਂਕੜ ਆ ਜਾਏ ਫੇਰ ਰਾਰੇ ਨੂੰ, ਸੱਸੇ ਨੂੰ ਕੰਨਾ, ਰਾਰੇ ਨੂੰ ਔਂਕੜ, ਸ੍ਰੇਸ਼ਟ ਆ ਜਾਏਗਾ। ਸੰਭਾਲ, ਹਾਂਜੀ 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 ਹਾਂਜੀ, ਸਾਰ ਦਾ ਅਰਥ ਲੋਹਾ ਵੀ ਹੈ। ਤੇ ਇਸੇ ਤਰ੍ਹਾਂ ਹੁਣ ਸਤਿਗੁਰੂ ਪਾਤਸ਼ਾਹ ਜੀ ਅੱਗੇ ਰਹਿਮਤ ਕਰ ਰਹੇ ਹਨ। ਆਪੇ ਰੰਗੇ ਰੰਗ ਚੜਾਏ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ। ਆਪੇ ਰੰਗੇ ਰੰਗ ਚੜਾਏ, ਇਸ ਤ੍ਰਿਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾ ਸਕਦੇ। ਜੀਵਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਮ ਰੰਗ ਵਿੱਚ ਰੰਗਦਾ ਹੈ, ਆਪ ਹੀ ਆਪਣਾ ਪ੍ਰੇਮ ਰੰਗ ਜੀਵਾਂ ਦੇ ਹਿਰਦਿਆਂ ਉੱਤੇ ਚਾੜ੍ਹਦਾ ਹੈ। ਸੇ ਜਨ ਰਾਤੇ ਗੁਰ ਸ਼ਬਦ ਰੰਗਾਏ, ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿੱਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿੱਚ ਫਿਰ ਰੰਗੇ ਰਹਿੰਦੇ ਹੈ, ਮਸਤ ਰਹਿੰਦੇ ਹੈ। ਕਹਿਣ ਤੋਂ ਭਾਵ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆਉਣੀ ਹੈ। ਹਰ ਰੰਗ ਚੜਿਆ ਅਤ ਅਪਾਰਾ, ਹਰ ਰਸ ਰਸ ਗੁਣ ਗਾਵਣਿਆ। ਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਹਰ ਰੰਗ ਚੜ੍ਹਿਆ ਅਤ ਅਪਾਰਾ, ਅਪਾਰਾ ਤੋਂ ਭਾਵ ਬਹੁਤ, ਬੇਅੰਤ ਚੜ੍ਹਿਆ ਹੀ ਰਹਿੰਦਾ ਹੈ। ਉਹ ਹਰੀ ਦੇ ਨਾਮ ਰਸ ਵਿੱਚ ਭਿੱਜ ਕੇ ਆਤਮਿਕ ਆਨੰਦ ਨਾਲ ਪ੍ਰਮਾਤਮਾ ਦੇ ਗੁਣ
ਗਾਉਂਦੇ ਰਹਿੰਦੇ ਹਨ। ਪਹਿਲੇ ਦਾ ਅਰਥ ਹੈ ਰਸ ਵਿੱਚ ਤੇ ਦੂਜੇ ਦਾ ਹੈ ਰਸ ਨਾਲ, ਭਾਵ ਆਨੰਦ ਨਾਲ, ਕਿ ਜੁੜੇ ਰਹਿੰਦੇ ਹਨ। ਗੁਰਮੁਖ ਰਿੱਧ ਸਿੱਧ ਸਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ ਥਿਰ ਪ੍ਰਭੂ ਦਾ ਨਾਮ ਹੀ ਰਿੱਧੀਆਂ ਸਿੱਧੀਆਂ ਅਤੇ ਸੰਜਮ ਹੈ। ਰਿੱਧ ਸਿੱਧ ਸੱਚ ਸੰਜਮ ਸੋਈ, ਸਾਚੀ ਮਾਲਕ ਦਾ ਨਾਮ ਹੀ ਉਹਨਾਂ ਵਾਸਤੇ ਰਿੱਧੀਆਂ ਹੈ, ਸਿੱਧੀਆਂ ਹੈ ਅਤੇ ਸੰਜਮ ਹੈ। ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦੇ ਹਨ। ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣ ਕਰਕੇ ਉਹ ਮਾਇਆ ਦੇ ਮੋਹ ਤੋਂ ਫਿਰ ਖਲਾਸੀ ਫਿਰ ਉਹਨਾਂ ਨੂੰ ਮਿਲੀ ਰਹਿੰਦੀ ਹੈ। ਗੁਰਮੁਖ ਕਾਰ ਸੱਚ ਕਮਾਵਹਿ, ਸੱਚੇ ਸੱਚ ਸਮਾਵਣਿਆ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਨਿਤ ਕਰਦੇ ਰਹਿੰਦੇ ਹੈ। ਗੁਰਮੁਖ ਕਾਰ ਸੱਚ ਕਮਾਵੇ ਅਤੇ ਸੱਚੇ ਸੱਚ ਸਮਾਵਣਿਆ। ਇਸ ਤਰ੍ਹਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿੱਚ ਸਦਾ ਹੀ ਲੀਨ ਰਹਿੰਦੇ ਹਨ। ਗੁਰਮੁਖ ਥਾਪੇ ਥਾਪ ਉਥਾਪੇ, ਗੁਰਮੁਖ ਜਾਤ ਪਤ ਸਭ ਆਪੇ। ਗੁਰਮੁਖ ਥਾਪੇ, ਥਾਪ ਉਥਾਪੇ, ਥਾਪੇ ਤੋਂ ਭਾਵ ਥਾਪਦਾ ਹੈ, ਸਾਜਦਾ ਹੈ। ਥਾਪ ਦਾ ਅਰਥ ਸਾਜ ਕੇ, ਬਣਾ ਕੇ। ਉਥਾਪੇ ਤੋਂ ਭਾਵ ਨਾਸ਼ ਕਰਦਾ ਹੈ, ਕਿ ਬਣਾਉਂਦਾ ਵੀ ਆਪ ਹੈ ਤੇ ਨਾਸ਼ ਵੀ ਆਪ ਹੀ ਕਰਦਾ ਹੈ। ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ ਅਤੇ ਰਚ ਕੇ ਇਹ ਆਪ ਹੀ ਇਸ ਦਾ ਨਾਸ਼ ਫਿਰ ਕਰਦਾ ਹੈ। ਗੁਰਮੁਖ ਜਾਤ ਪਤ ਸਭ ਆਪੇ, ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ ਉੱਚੀ ਜਾਤ ਹੈ ਅਤੇ ਇੱਜ਼ਤ ਹੈ। ਕਿ ਗੁਰੂ ਆਪ ਹੀ ਜਾਤ ਹੈ ਤੇ ਆਪ ਹੀ ਪਤ ਹੈ। ਮਾਲਕ ਹੀ ਹੈ ਕਿ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ, ਮਾਲਕ ਉਹਦੀ ਜਾਤ ਹੈ ਤੇ ਉਹਦੀ ਇੱਜ਼ਤ ਉਹ ਆਪ ਹੀ ਹੈ। ਆ ਫਾਲਤੂ ਦੀਆਂ ਪੁੱਛਾਂ ਵਾਸਤੇ ਗੁਰੂ ਸਾਹਿਬ ਜਾਂ ਮਾਲਕ ਕਦੇ ਨਹੀਂ ਆਖਦਾ ਕਿ ਮੇਰੇ ਸਿੰਘ ਦੇ ਮਗਰ ਵੀ ਕਿਸੇ ਚੀਜ਼ ਲਾਉਣ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹ ਰਹਿਮਤ ਕੀਤੀ ਹੈ ਕਿ ਕੌਰ ਅਤੇ ਸਿੰਘ ਤੋਂ ਪਿੱਛੇ ਲਾਉਣ ਦੀ ਕੁਝ ਜ਼ਰੂਰਤ ਨਹੀਂ ਹੈ। ਇਹ ਅੱਜ ਸਾਨੂੰ ਵੀ ਬਹੁਤੀ ਲੋੜ ਪੈ ਗਈ। ਪਤਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਕਿ ਫਲਾਣਾ ਅਰਦਾਸ ਕਰਨੀ ਹੋਵੇ ਨਾ, ਸਿੰਘ ਤੱਕ ਨਾਂ ਲਿਖ ਲਈਏ, ਫਿਰ ਧੱਕੇ ਨਾਲ ਕਹਿਣਗੇ ਨਹੀਂ ਬਾਬਾ ਜੀ ਆਹ ਵੀ ਲਿਖੋ। ਕਿ ਪਤਾ ਨਹੀਂ ਗੁਰੂ ਸਾਹਿਬ ਨੂੰ ਨਹੀਂ ਪਤਾ ਲੱਗਣਾ ਹੋਣਾ ਕਿ ਕਿਸੇ ਹੋਰ ਦੀ ਅਰਦਾਸ ਨਾ ਹੋ ਜੇ। ਕਹਿਣ ਤੋਂ ਭਾਵ ਹੈ ਇੱਥੋਂ ਤੱਕ ਸਾਡੇ ਵਿੱਚ ਗਿਰਾਵਟ ਆ ਚੁੱਕੀ ਹੈ ਕਿ ਅਸੀਂ ਪੂਛ ਨੂੰ ਵੱਡਾ ਕਰਕੇ ਕਈ ਅਸੀਂ ਸਿੰਘ ਤੇ ਕੌਰ ਘਟਾ ਦਿੰਦੇ ਵਿੱਚੋਂ, ਸਿੱਧਾ ਹੀ ਪਿੱਛੇ ਲਾ ਦਿੰਦੇ ਕਿ ਆਹ ਲਾ ਕੇ ਆਹ ਲਾਓ ਜੀ, ਇਹ ਤਾਂ ਜ਼ਰੂਰੀ ਹੈ ਕਹਿਣਾ। ਪਤਾ ਨਹੀਂ ਕਿੰਨੇ ਕੁ ਵੱਧ ਅੰਕ ਮਿਲ ਜਾਣੇ ਹੈ, ਪਤਾ ਨਹੀਂ ਛੇਤੀ ਅਰਦਾਸ ਸੁਣੀ ਜਾਣੀ ਹੈ। ਪਰ ਅੱਗੇ ਜਾਤ ਨਹੀਂ ਜਾਣੀ, ਜੋਤ ਹੀ ਜਾਣੀ ਹੈ। ਅੱਗੇ ਜਾਣੋ ਜੋਤ ਨਾ ਪੁੱਛੋ ਜਾਤੀ। ਜਾਤੀ ਨਹੀਂ ਪੁੱਛੀ ਜਾਣੀ, ਅੱਗੇ ਜੋਤ ਦੀ ਗੱਲ ਹੋਣੀ ਹੈ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਹੇ ਨਾਨਕ, ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ ਸਦਾ ਪ੍ਰਭੂ ਦਾ ਨਾਮ ਸਿਮਰਦਾ ਧਿਆਉਂਦਾ ਰਹਿੰਦਾ ਹੈ ਅਤੇ ਸਦਾ ਪ੍ਰਭੂ ਦੇ ਨਾਮ ਵਿੱਚ ਸਮਾਇਆ ਰਹਿੰਦਾ ਹੈ, ਲੀਨ ਰਹਿੰਦਾ ਹੈ। ਸਤਿਗੁਰੂ ਜੀ ਰਹਿਮਤ ਕਰਨ ਕਿ ਅਸੀਂ ਵੀ, ਮਾਲਕ ਨੇ ਸਾਡੇ 'ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ
ਕਿ ਅਸੀਂ ਸਾਰੇ ਗੁਰੂ ਦੇ ਚਰਨਾਂ ਵਿੱਚ ਇਕੱਤਰ ਹੁੰਦੇ ਹਾਂ, ਗੁਰੂ ਦੇ ਸ਼ਬਦ ਨਾਲ ਸਾਂਝ ਪਾਉਂਦੇ ਹਾਂ ਅਤੇ ਗੁਰੂ ਦਾ ਸ਼ਬਦ ਸਾਡਾ ਜੀਵਨ ਬਣ ਜਾਏ। ਇਹੀ ਸਭ ਤੋਂ ਵੱਡਾ ਸਿਮਰਨ ਅਤੇ ਭਗਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।